ਕਰੋਨਾ ਮਹਾਮਾਰੀ ਦੌਰਾਨ ਡਾਕਟਰਾਂ ਵੱਲੋਂ ਵਾਰ-ਵਾਰ ਹੜਤਾਲ ਕਰਨੀ ਇੱਕ ਚਿੰਤਾ ਦਾ ਵਿਸ਼ਾ ਹੈ ਔਰ ਸਾਰੇ ਪੰਜਾਬ ਦੇ ਲੋਕ ਚਿੰਤਤ ਨੇ। ਪਰ ਲੱਗਦਾ ਵੀ ਸ਼ਾਇਦ ਸਰਕਾਰ ਨੂੰ ਕੋਈ ਚਿੰਤਾ ਨਹੀਂ। ਵਾਰ-ਵਾਰ ਵਾਅਦੇ ਕਰਨ ਦੇ ਬਾਵਜੂਦ ਜਿਹੜੇ ਡਾਕਟਰਾਂ ਦੀ ਡਿਮਾਂਡ ਹੈ ਵੀ ਉਹਨਾਂ ਦਾ NPA ਜਿਹੜਾ ਆ ਪੁਰਾਣਾ ਜਿਹੜਾ ਉਹ ਬਹਾਲ ਕੀਤਾ ਜਾਵੇ, ਕਟੌਤੀਆਂ ਖਤਮ ਕੀਤੀਆਂ ਜਾਣ, ਪਰ ਅੱਜ ਤੱਕ ਨਹੀਂ ਕੀਤੀਆਂ। ਡਾਕਟਰ ਹੜਤਾਲ 'ਤੇ ਨੇ। PCM ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇ ਸਾਡੇ ਕੋਲ ਆਏ, ਗਗਨਦੀਪ ਸਿੰਘ ਜੀ। ਡਾਕਟਰ ਸਾਹਿਬ, ਵਾਰ-ਵਾਰ ਹੜਤਾਲ ਬਹੁਤ ਵੱਡਾ ਨੁਕਸਾਨ ਹੁੰਦਾ, ਜਾਨੀ ਨੁਕਸਾਨ ਹੋ ਸਕਦਾ, ਇੰਨੀਆਂ ਮਜਬੂਰੀਆਂ ਕਿਉਂ ਨੇ ਹੜਤਾਲ ਕਰਦੀਆਂ? ਮਜਬੂਰੀਆਂ ਤਾਂ ਹੜਤਾਲ ਮਜਬੂਰੀ 'ਚ ਹੀ ਕਰਦੇ ਜੀ, ਇੱਕ ਡਾਕਟਰ ਦਾ ਖਾਸ ਕਰਕੇ, ਕਿਉਂਕਿ ਡਾਕਟਰ ਤੇ ਪੇਸ਼ੈਂਟ ਦਾ ਜਿਹੜਾ ਰਿਸ਼ਤਾ ਬੜਾ ਪਵਿੱਤਰ ਰਿਸ਼ਤਾ ਹੁੰਦਾ। ਅਸੀਂ ਕਦੇ ਵੀ ਨਹੀਂ ਚਾਹਾਂਗੇ ਕਿ ਸਾਡੇ ਮਰੀਜ਼ ਦਾ ਨੁਕਸਾਨ ਹੋਵੇ, ਲੇਕਿਨ ਜਦੋਂ ਸਰਕਾਰ ਸਾਡੀ ਜਿਹੜੀ ਪੇ ਹੈ ਜੇ ਉਹੀ ਘਟਾਉਣ 'ਤੇ ਆ ਗਈ ਇਹੋ ਜਿਹੇ ਹਾਲਾਤਾਂ 'ਚ, ਜਦੋਂ ਕਿ ਸਾਰੇ ਸਿਹਤ ਮਹਿਕਮੇ ਨੇ ਬਿਲਕੁਲ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਫਰੰਟ ਲਾਈਨ 'ਤੇ ਕੰਮ ਕੀਤਾ ਪਿਛਲੇ 1.5 ਸਾਲ ਤੱਕ, ਖਾਸ ਕਰਕੇ ਜਿਹੜਾ ਕੋਵਿਡ ਦਾ ਆਪਣਾ ਦੌਰ ਚੱਲਿਆ ਔਰ ਚੱਲ ਰਿਹਾ ਹੈ, ਤੇ ਇਹਦੇ 'ਚ ਸਾਡਾ ਜਿਹੜਾ NPA ਸੀ ਉਹਨੂੰ ਘਟਾ ਕੇ ਉਹਨੂੰ ਡੀਲਿੰਗ ਕਰਕੇ ਸਾਡਾ ਜਿਹੜਾ ਮਤਲਬ ਨੁਕਸਾਨ ਕੀਤਾ, ਤਾਂ ਉਹਦੇ 'ਚ ਸਾਡੀ ਮਜਬੂਰੀ ਹੈ ਵੀ ਅਸੀਂ ਰੌਲਾ ਤਾਂ ਪਾਉਣਾ ਬਣਦਾ ਸੀ ਸਾਡਾ, ਇਸ ਕਰਕੇ ਕਿਉਂਕਿ ਸਾਡੀ ਪੇ ਘਟੀ ਹੈ, ਇਸ ਕਰਕੇ ਸਾਨੂੰ ਰੌਲਾ ਪਾਉਣਾ ਪਿਆ। ਸਰਕਾਰ ਨਹੀਂ ਸੁਣ ਰਹੀ ਸਾਨੂੰ। ਇੱਕ ਦਿਨ ਦੀ ਅਸੀਂ ਸਟ੍ਰਾਈਕ ਇਸੇ ਕਰਕੇ ਪਹਿਲਾਂ ਕੀਤੀ ਸੀ ਤਾਂ ਕਿ ਪਬਲਿਕ ਜਿਹੜੀਆਂ ਸਾਡੀਆਂ ਸਿਹਤ ਸੇਵਾਵਾਂ ਨੇ ਸਰਕਾਰੀ ਉਹ ਸਫਰ ਨਾ ਹੋਣ। ਸਾਨੂੰ ਭਰੋਸਾ ਦਿੱਤਾ ਗਿਆ ਵੀ ਤੁਹਾਡਾ ਜਿਹੜਾ ਮਸਲਾ ਹੈਗਾ 6 ਤਰੀਕ ਤੱਕ ਹੱਲ ਹੋ ਜਾਏਗਾ। ਅਸੀਂ ਇੱਕ ਹਫ਼ਤਾ ਕਿ 9 ਦਿਨ ਅਸੀਂ ਕੋਈ ਹੜਤਾਲ ਨਹੀਂ ਕੀਤੀ, ਆਪਣਾ ਰੋਜ਼ਮर्रा ਦਾ ਕੰਮ ਉਵੇਂ ਕੀਤਾ। ਲੇਕਿਨ ਜਦੋਂ ਸਾਡੀ ਨਹੀਂ ਸੁਣੀ ਗਈ, ਸਾਨੂੰ ਮਜਬੂਰਨ 3 ਦਿਨ ਦੀ ਸਟ੍ਰਾਈਕ ਕਰਨੀ ਪਈ ਆ, 12, 13, 14। ਲੇਕਿਨ ਜਿਵੇਂ ਤੁਸੀਂ ਜਾਨੀ ਨੁਕਸਾਨ ਦਾ ਕਿਹਾ, ਅਸੀਂ ਜਿਹੜਾ ਕਿ ਐਮਰਜੈਂਸੀ ਸਰਵਿਸਿਜ਼ ਅਸੀਂ ਬੰਦ ਨਹੀਂ ਕੀਤੀਆਂ, ਐਮਰਜੈਂਸੀ ਆਪਰੇਸ਼ਨ ਬੰਦ ਨਹੀਂ ਕੀਤੇ। ਐਮਰਜੈਂਸੀ 'ਚ ਅਸੀਂ ਪੇਸ਼ੈਂਟ ਉਵੇਂ ਹੀ ਦੇਖ ਰਹੇ ਹਾਂ ਔਰ ਐਮਰਜੈਂਸੀ ਆਪਰੇਸ਼ਨ ਕੀਤੇ ਜਾ ਰਹੇ ਨੇ ਸਾਰੇ ਪੰਜਾਬ 'ਚ। ਡਾਕਟਰ ਸਾਹਿਬ, ਕਰੋਨਾ ਹੁਣ ਤੇ ਘਟ ਗਿਆ, ਪਰ ਜਦੋਂ ਸਿਖਰ 'ਤੇ ਸੀ ਤੇ ਇੱਕੋ ਗੱਲ ਦਿਖਦੀ ਸੀ ਵੀ ਡਾਕਟਰ ਬਚਾ ਲੈਣਗੇ। ਡਾਕਟਰ ਚਲੋ ਆਕਸੀਜਨ ਆ ਗਈ, ਵੈਂਟੀਲੇਟਰ ਆ ਗਏ, ਉਹ ਸੈਕੰਡਰੀ ਸੀ। ਡਾਕਟਰ ਨਾ ਹੁੰਦੇ ਤੇ ਉਹ ਕਿੰਨੇ ਆਪਰੇਟ ਕਰਨਾ ਸੀ। ਕਰੋਨਾ ਯੋਧੇ ਡਿਕਲੇਅਰ ਕੀਤਾ ਤੁਹਾਨੂੰ, ਇਹ ਆਸ ਸੀ ਵੀ ਤੁਹਾਨੂੰ ਤਨਖਾਹ ਕਮਿਸ਼ਨ ਦੌਰਾਨ ਕੁਝ ਇਨਾਮ ਦੇਣ ਦੀ ਥਾਂ, ਕੁਝ ਐਨਕਰੇਜ ਕਰਨ ਦੀ ਥਾਂ ਤੇ ਉਲਟਾ ਤੁਹਾਨੂੰ ਪਹਿਲੋਂ ਮਿਲਦਾ ਖੋਹ ਲਿਆ ਜਾਵੇ। ਕਾਰਨ ਕੀ ਹੈ? ਬਿਲਕੁਲ ਆਸ ਨਹੀਂ ਸੀ। ਸਾਡੇ ਡਾਕਟਰ ਨੇ ਕਈਆਂ ਨੇ ਕਿਹਾ ਵੀ ਸਾਨੂੰ ਆਪਾਂ ਕੰਮ ਕੀਤਾ, ਆਪਾਂ ਨੂੰ ਕੁਛ ਨਾ ਕੁਛ ਸਪੈਸ਼ਲ ਇਨਸੈਂਟਿਵ ਸਰਕਾਰ ਤੋਂ ਮੰਗਣਾ ਚਾਹੀਦਾ। ਲੇਕਿਨ ਅਸੀਂ ਆਪਣੀ ਸਾਰੀਆਂ ਮੰਗਾਂ ਪਿੱਛੇ ਛੱਡ ਕੇ ਅਸੀਂ ਮੰਗਿਆ ਵੀ ਨਹੀਂ ਹੈ ਕੁਛ ਸਪੈਸ਼ਲ, ਔਰ ਸਾਡੀ ਜਿਹੜੀਆਂ ਬਾਕੀ ਲੰਮਕ ਦੀਆਂ ਮੰਗਾਂ ਸੀ ਉਹਨੂੰ ਵੀ ਅਸੀਂ 1 ਸਾਲ ਜਿਹੜਾ ਪਿੱਛੇ ਰੱਖਿਆ ਵੀ ਅਸੀਂ ਪਹਿਲਾਂ ਆਪਣੀ ਡਿਊਟੀ ਨਿਭਾਈਏ, ਕਿਉਂਕਿ ਸਾਡਾ ਲੋਕਾਂ ਪ੍ਰਤੀ ਫਰਜ਼ ਆ। ਅਸੀਂ ਸਿਹਤ ਮਹਿਕਮੇ ਦੇ ਮੁਲਾਜ਼ਮ ਹਾਂ ਜਾਂ ਆਫਿਸਰ ਹਾਂ, ਸਾਡੀ ਪਹਿਲੀ ਜਿਹੜੀ ਆ ਪ੍ਰਾਇਰਟੀ ਸਿਹਤ ਸੇਵਾਵਾਂ ਨੇ, ਔਰ ਅਸੀਂ ਦਿੱਤੀਆਂ, ਆਪਣਾ ਫਰਜ਼ ਸਮਝ ਕੇ ਦਿੱਤੀਆਂ। ਪਰ ਸਾਨੂੰ ਇਹ ਆਸ ਨਹੀਂ ਸੀ ਵੀ ਸਾਡਾ ਸਰਕਾਰ ਜਿਹੜਾ ਵਿੱਤੀ ਨੁਕਸਾਨ ਕਰੇਗੀ। ਸਾਨੂੰ ਉਮੀਦ ਸੀ ਵੀ ਸਾਨੂੰ ਇਹ ਪੇ ਕਮਿਸ਼ਨ 'ਚ ਕੋਵਿਡ ਕਰਕੇ ਕੋਈ ਨਾ ਕੋਈ ਜਿਹੜਾ ਇਨਸੈਂਟਿਵ ਮਿਲੇਗਾ। ਡਾਕਟਰ ਸਿੰਘ, ਡਾਕਟਰ ਬੜਾ ਇੱਕ ਰਿਸਪੈਕਟੇਬਲ ਨਾਂ ਹੈ ਨਾ ਇੱਕ ਸਮਾਜ ਵਿੱਚ। ਜਦੋਂ ਤੁਸੀਂ ਨਾਅਰੇ ਲਾਉਂਦੇ ਜੇ ਬੜਾ ਅਜੀਬ ਜਿਹਾ ਲੱਗਦਾ। ਨਾਅਰੇ ਲਾਉਂਦੇ ਤੁਹਾਨੂੰ ਵੀ ਅਜੀਬ ਲੱਗਦੀ ਗੱਲ ਹੈ? ਨਹੀਂ ਜੀ, ਦੇਖੋ ਸਾਨੂੰ ਵੀ ਬਹੁਤ ਔਖਾ ਲੱਗਦਾ ਇਸ ਟਾਈਮ। ਜੇ ਆਪਾਂ ਦੇਖੀਏ ਵੀ ਪੰਜਾਬ 'ਚ ਅਸੀਂ ਕੋਵਿਡ 'ਚ ਇੰਨੇ 1 ਸਾਲ ਕੰਮ ਕੀਤਾ ਸਾਰੇ ਡਾਕਟਰਾਂ ਨੇ, ਕਿਸੇ ਡਾਕਟਰ ਨੇ ਕਦੇ ਪੰਜਾਬ 'ਚ ਤੁਸੀਂ ਕਿਤੇ ਵੀ ਕੋਈ ਇੰਸੀਡੈਂਸ ਨਹੀਂ ਸੋਚੋਗੇ ਵੀ ਕਿਸੇ ਡਾਕਟਰ ਨੇ ਡਿਮਾਂਡ ਕੀਤੀ ਹੋਵੇ ਸਾਨੂੰ ਕੋਈ ਸਪੈਸ਼ਲ ਟਰੀਟਮੈਂਟ ਦਿੱਤੀ ਜਾਵੇ ਜਾਂ ਸਾਨੂੰ ਕੋਈ ਸਪੈਸ਼ਲ ਤਨਖਾਹ ਦਿੱਤੀ ਜਾਵੇ, ਇਨਸੈਂਟਿਵ ਦਿੱਤਾ ਜਾਵੇ। ਅਸੀਂ ਡਿਊਟੀ ਸਮਝ ਕੇ ਕੀਤਾ, ਅਸੀਂ ਡਬਲ ਕੰਮ ਕੀਤਾ ਜੀ। ਬਾਕੀ ਬਿਮਾਰੀਆਂ ਤਾਂ ਖਤਮ ਨਹੀਂ ਹੋ ਗਈਆਂ ਸੀ, ਉਹਨਾਂ ਦੇ ਮਰੀਜ਼ ਵੀ ਦੇਖਦੇ ਰਹੇ ਆ, ਤੇ ਉਨੇ ਹੀ ਡਾਕਟਰ ਨਾਲ ਦੀ ਨਾਲ ਕੋਵਿਡ ਦਾ ਵੀ 1 ਡਿਊਟੀਆਂ ਕੰਮ ਕਰਦੇ ਰਹੇ ਆ। ਹੁਣ ਵੈਕਸੀਨੇਸ਼ਨ ਦਾ ਵੀ ਕੰਮ ਚੱਲ ਰਿਹਾ, ਕਿੰਨੀ ਅਸੀਂ ਰੋਜ਼ ਜ਼ੋਰ ਨਾਲ ਪੂਰੇ ਪੰਜਾਬ 'ਚ ਵੈਕਸੀਨੇਸ਼ਨ ਦੀ ਵੀ ਅਸੀਂ ਸੇਵਾਵਾਂ ਦੇ ਰਹੇ ਹਾਂ, ਐਕਸਟਰਾ ਕੰਮ ਹੀ ਕਰ ਰਹੇ ਹਾਂ, ਕੋਈ ਕੰਮ ਨਹੀਂ ਘਟਾਇਆ। ਤੇ ਸਾਨੂੰ ਵੀ ਬੜਾ ਔਖਾ ਲੱਗਦਾ ਜੀ ਨਾਅਰੇ ਲਾਉਂਦੇ, ਸਾਨੂੰ ਵੀ ਬੜਾ ਔਖਾ ਲੱਗਦਾ ਵੀ ਜਿਹੜੇ ਮਰੀਜ਼ ਆ ਸਾਡੇ ਉਹਨਾਂ ਨੂੰ ਕੋਈ ਨੁਕਸਾਨ ਨਾ ਹੋਵੇ। ਅਸੀਂ ਸਟ੍ਰਾਈਕ 'ਤੇ ਵੀ ਜਦੋਂ ਯੂਨੀਅਨ 'ਚ ਡਿਸਕਸ਼ਨ ਕਰਕੇ ਇਹ ਫੈਸਲਾ ਲਿੱਤਾ, ਤਾਂ ਹੀ ਇਹ ਲਿੱਤਾ ਵੀ ਜਿਹੜੀ ਐਮਰਜੈਂਸੀ ਸੇਵਾਵਾਂ ਅਸੀਂ ਨਹੀਂ ਬੰਦ ਕੀਤੀਆਂ। ਕਿਸੇ ਵੀ ਮਰੀਜ਼ ਨੂੰ ਕੋਈ ਐਮਰਜੈਂਸੀ 'ਚ ਹਜੇ ਵੀ ਪ੍ਰੋਬਲਮ ਨਾ ਆਏ, ਕਿਉਂਕਿ ਮਰੀਜ਼ ਸਾਡੇ ਨੇ। ਅਸੀਂ ਇਹੀ ਸਮਝਦੇ ਹਾਂ ਵੀ ਮਰੀਜ਼ ਸਰਕਾਰ ਦੇ ਨਹੀਂ ਹੈ, ਮਰੀਜ਼ ਸਹੀ ਸਮਝਦੇ ਜੇ। ਸਰਕਾਰ ਕਿਉਂ ਨਹੀਂ ਸਮਝ ਰਹੀ? ਇਹ ਬੜਾ ਕਲੀਅਰ ਹੈ ਤੁਹਾਡੀ ਹੜਤਾਲ ਨੂੰ ਦੇਖਦੇ, ਤੁਹਾਡੇ ਲੌਜਿਕ ਨੂੰ ਦੇਖਦੇ ਵੀ NPA ਬਹਾਲ ਕਰਨਾ ਪੈਣਾ ਸਰਕਾਰ ਨੂੰ। ਫਿਰ ਇਹ ਕੀ ਇਹ ਚਾਹ ਰਹੀ ਹੈ ਵੀ 4-5 ਬੰਦੇ ਮਰਨ ਤੇ ਫੇਰ ਕਰ ਗਿਆ? ਇਹੀ ਗੱਲ ਹੈ ਜੀ, ਇਹੀ ਬਹੁਤ ਦੁੱਖ ਦਾ ਜਿਹੜਾ ਵਿਸ਼ਾ ਇਹੀ ਹੈ ਵੀ ਸਰਕਾਰ ਜਦੋਂ ਸਮਝ ਵੀ ਗਈ ਹੈ। ਅੱਛਾ, ਸਾਡੀ ਸਰਕਾਰ ਦੀ ਕੁਝ ਕਮੇਟੀਆਂ ਨਾਲ ਮੀਟਿੰਗਾਂ ਵੀ ਹੋਈਆਂ, ਉਹ 'ਚ ਅਸੀਂ ਜਦੋਂ ਇਹ ਪੁਆਇੰਟ ਰੱਖਿਆ, ਅਸੀਂ ਜਸਟੀਫਾਈ ਕੀਤਾ ਵੀ ਇਹ ਤਾਂ ਤਨਖਾਹਾਂ ਘਟ ਰਹੀਆਂ ਨੇ। ਜਦੋਂ ਉੱਥੇ ਕੈਲਕੂਲੇਸ਼ਨਾਂ ਹੋਈਆਂ ਤੇ ਉਹ ਆਪ ਮੰਨੇ ਹੈ ਕਿ ਤਨਖਾਹ ਵਧਣੀਆਂ ਤਾਂ ਕੀ ਸੀ, ਘਟ ਰਹੀਆਂ ਨੇ, ਜੋ ਕਿ ਮਤਲਬ ਇੱਕ ਤਰ੍ਹਾਂ ਕਾਨੂੰਨੀ ਤੌਰ 'ਤੇ ਵੀ ਦੇਖਿਆ ਜਾਵੇ ਤਾਂ ਕੋਈ ਪੇ ਕਮਿਸ਼ਨ ਨਹੀਂ ਕਰ ਸਕਦੀ। ਤਾਂ ਸ਼ਰੇਆਮ ਗੈਰ ਕਾਨੂੰਨੀ ਹੋ ਸਕਦਾ ਵੀ ਕਿਸੇ ਦਾ ਬੰਦੇ ਦੀ ਤਨਖਾਹ ਵਧਣ ਦੀ ਜਗ੍ਹਾ ਇੱਕ ਪੇ ਕਮਿਸ਼ਨ ਘਟਾ ਰਹੀ ਹੈ। ਤੇ ਪਰ ਫਿਰ ਵੀ ਉਹ ਸਮਝਣ ਤੋਂ ਬਾਅਦ ਜਦੋਂ ਸਰਕਾਰ ਨੂੰ ਇਹ ਗੱਲ ਕਲੀਅਰ ਵੀ ਹੋ ਗਈ ਹੈ, ਸਰਕਾਰ ਦੀ ਕਮੇਟੀਆਂ ਨੂੰ ਇਹ ਬਿਲਕੁਲ
ਕ੍ਰਿਸਟਲ ਕਲੀਅਰ ਪਾਣੀ ਵਾਂਗੂ ਸਾਫ਼ ਹੋ ਗਿਆ ਵੀ ਇਹ ਸਾਡੀ ਜਿਹੜੇ ਮੂਵ ਹੈ ਗਲਤ ਹੈ। ਉਸ ਤੋਂ ਬਾਅਦ ਵਾਪਸ ਲੈਣ 'ਚ ਦੇਰੀ ਨਹੀਂ ਕਰਨੀ ਚਾਹੀਦੀ ਜੀ। ਅਗਲੀ ਵੇਵ ਹੈ ਉਹ ਆਉਣ ਵਾਲੇ 10 ਦਿਨਾਂ 'ਚ ਵੀ ਆ ਸਕਦੀ ਹੈ, 15 ਦਿਨਾਂ 'ਚ ਵੀ ਆ ਸਕਦੀ ਹੈ, ਤੇ ਮੋਰਲ ਸਾਡੇ ਜਿਹੜੇ ਡਾਕਟਰ ਹੈ ਉਹਨਾਂ ਦਾ ਜਜ਼ਬਾ ਹੋਇਆ ਜਿਹੜਾ ਕੰਮ ਕਰਨ ਦਾ ਉਹ ਸਿਖਰ ਤੇ ਹੋਣਾ ਚਾਹੀਦਾ, ਇੰਨਾ ਥੱਲੇ ਨਹੀਂ ਹੋਣਾ ਇਹ ਚਾਹੀਦਾ। ਚਿੰਤਾ ਦੀ ਗੱਲ ਹੈ, ਮੋਰਲ ਨਾ ਡਿੱਗੇ। ਡਾਕਟਰ ਸਾਹਿਬ, ਜਦੋਂ ਤੁਸੀਂ ਕਾਲ ਦਿੰਦੇ ਜੇ, ਅਸੀਂ ਤੁਹਾਡੀ ਕਾਲ ਪ੍ਰੈਸ ਨੋਟ ਪੜ੍ਹਦੇ ਹਾਂ, ਉਹਦੇ 'ਚ ਲੱਗਦਾ ਇਹ ਵੀ ਤੁਸੀਂ ਇੱਕ ਕਦਮ ਪਿੱਛੇ ਵੀ ਜਾਣਾ ਚਾਹੁੰਦੇ ਜੇ, ਤੁਹਾਨੂੰ ਫਿਕਰ ਵੀ ਹੈ ਵੀ ਮੇਰੇ ਹਸਪਤਾਲ 'ਚ ਜੇ ਕੋਈ ਮਰੀਜ਼ ਆਇਆ ਬਿਨਾਂ ਦਵਾਈ ਤੋਂ, ਕਿਤੇ ਰੱਬ ਨਾ ਕਰੇ ਗਲਤ ਹੋ ਗਿਆ, ਤੇ ਉਹਦਾ ਵੀ ਤੁਹਾਨੂੰ ਡਰ ਲੱਗਦਾ, ਕਿਉਂਕਿ ਤੁਸੀਂ ਲਗਾਤਾਰ ਇਹ ਵੀ ਕਹਿੰਦੇ ਜੇ ਹੜਤਾਲ ਵੀ ਕਰਾਂਗੇ ਤੇ ਨਾਲ ਦੀ ਨਾਲ ਐਮਰਜੈਂਸੀ ਸੇਵਾਵਾਂ ਬਹਾਲ ਰੱਖਾਂਗੇ, ਹੋਰ ਜਿਹੜੀਆਂ ਜ਼ਰੂਰੀ ਸੇਵਾਵਾਂ, ਕਰੋਨਾ ਵਾਲਾ ਇਸ਼ੂ ਵੀ ਜਿਹੜਾ ਬਹਾਲ ਰੱਖਾਂਗੇ। ਔਰ 14 ਤੱਕ ਹੜਤਾਲ ਕਰਕੇ 15 ਨੂੰ ਤੁਸੀਂ ਨਵੀਂ ਗੱਲ ਕਹੀ ਹੈ ਵੀ ਸਰਕਾਰੀ OPD 'ਚ ਕੰਮ ਨਹੀਂ ਕਰਾਂਗੇ, ਲਾਉਣ 'ਚ ਬੈਠ ਕੇ ਖੁਦ ਚਲਾਵਾਂਗੇ। ਇਹ ਕੀ ਇਸ਼ੂ ਹੈ? ਦੇਖੋ ਉਹੀ ਗੱਲ ਆ, ਵਾਰੀ ਅਸੀਂ ਕਹਿ ਰਹੇ ਹਾਂ ਵੀ ਸਾਨੂੰ ਆਪਣੇ ਮਰੀਜ਼ਾਂ ਨਾਲ ਲਗਾਅ ਹੈਗਾ, ਅਸੀਂ ਆਪਣੇ ਮਰੀਜ਼ ਖਰਾਬ ਨਹੀਂ ਕਰਨਾ ਚਾਹੁੰਦੇ। ਜਿਹੜਾ ਬੰਦਾ ਹਸਪੀਟਲ 'ਚ ਆ ਗਿਆ ਅਸੀਂ ਉਹਨੂੰ ਛੇਤੀ ਕਿਤੇ ਵਾਪਸ ਨਹੀਂ ਭੇਜਦੇ। ਮਰੀਜ਼ ਦੀ ਐਮਰਜੈਂਸੀ 'ਚ ਅਸੀਂ ਪੂਰੀ ਖਿਆਲ ਰੱਖੀਦੇ ਆ, ਔਰ ਸਾਡੀ ਐਮਰਜੈਂਸੀ ਜਿਹੜੀਆਂ ਐਡਮਿਸ਼ਨਸ ਨੇ ਵੀ ਜਦੋਂ ਸਾਡੀ ਸਟ੍ਰਾਈਕ ਹੁੰਦੀ ਉਹ ਵੱਧ ਜਾਂਦੀਆਂ ਨੇ। ਕਈ ਰੂਟੀਨ ਦੇ ਪੇਸ਼ੈਂਟ ਅਸੀਂ ਐਮਰਜੈਂਸੀ 'ਚ ਵੀ ਦੇਖ ਕੇ ਐਡਮਿਟ ਕਰਦੇ ਹਾਂ। ਸਾਡਾ ਜਿਹੜੇ ਦੂਰੋਂ ਪੇਸ਼ੈਂਟ ਆਉਂਦੇ, ਜਿਵੇਂ ਸਾਡੇ ਬਾਰਡਰ ਡਿਸਟ੍ਰਿਕਟਸ ਨੇ, ਜਿਵੇਂ ਹਿਮਾਚਲ ਦੇ ਨਾਲ ਲੱਗਦੇ ਜ਼ਿਲ੍ਹੇ ਨੇ, ਉੱਥੇ ਲੋਕੀ ਜਿਹੜੇ ਹਿਮਾਚਲ 'ਚੋਂ ਵੀ ਆ ਰਹੇ 60-60 70 ਕਿਲੋਮੀਟਰ, ਅਸੀਂ ਉਹਨੂੰ ਐਜ਼ ਐਮਰਜੈਂਸੀ ਟਰੀਟ ਕਰਕੇ ਹੈਲਪ ਡੈਸਕ 'ਤੇ ਉੱਤੇ ਸਾਡਾ ਬੰਦਾ ਬਿਠਾਇਆ ਹੁੰਦਾ। ਅਸੀਂ ਬਕਾਇਦਾ ਉਹਨਾਂ ਨੂੰ ਦੱਸ ਦਿੰਦੇ ਵੀ ਸਾਡੀ ਆਹ ਸਟ੍ਰਾਈਕ ਆ, ਔਰ ਅਸੀਂ ਉਹਨਾਂ ਨੂੰ ਜੇ ਲੋੜ ਹੈ, ਜੇ ਦੂਰੋਂ ਆਇਆ ਬੰਦਾ ਅਸੀਂ ਉਹਨੂੰ ਟਰੀਟ ਵੀ ਕਰਦੇ ਹਾਂ। ਇਹ ਦੱਸੋ OPD ਬਰਾਬਰ ਕਿਵੇਂ ਚਲਾਓਗੇ, ਕੀ ਸਿਸਟਮ ਕਰੋਗੇ? OPD ਬਰਾਬਰ ਚਲਾਉਣ ਦਾ ਸਾਡਾ ਜਿਹੜਾ ਮਕਸਦ ਇਹ ਹੈ ਵੀ ਮਰੀਜ਼ ਸਾਡੇ ਸਫਰ ਨਾ ਹੋਣ, ਅਸੀਂ ਮਰੀਜ਼ ਦੇਖੀਏ ਲੇਕਿਨ ਉਹ ਸਰਕਾਰੀ ਪਰਚੀ ਤੇ ਨਾ ਦੇਖੀਏ। ਜਿਹੜਾ ਸਰਕਾਰੀ ਸਾਡੇ ਹਸਪਤਾਲ ਦੇ ਜਿਹੜੀ ਫੀਸ ਆ ਉਹ ਨਾ ਲੱਗੇ, ਸਰਕਾਰ ਦੀ ਫੀਸ ਨਾ ਜਾਵੇ। ਅਸੀਂ ਆਪਣੇ ਜਥੇਬੰਦੀ ਦੇ ਜਿਹੜੇ ਪਰਚੀ 'ਚ ਪਾ ਕੇ ਉਹਦੇ ਤੇ ਮਰੀਜ਼ ਦੇਖਾਂਗੇ ਔਰ ਮਰੀਜ਼ ਨੂੰ ਦਵਾਈ ਲਿਖ ਕੇ ਦੇਵਾਂਗੇ। ਦਵਾਈ ਲਿਖ ਕੇ ਦਿਓਗੇ ਤੁਸੀਂ? ਅੱਜ ਪਤਾ ਲੱਗਾ ਸਰਕਾਰ ਨਾਲ ਫੇਰ ਤੁਸੀਂ ਗੱਲਬਾਤ ਕਰਕੇ ਰਹੇ ਜੇ, ਕਿ ਇਹ ਗੱਲ ਲੱਗੀ ਸਿਰੇ? ਨਹੀਂ, ਹਾਲੇ ਕੋਈ ਗੱਲ ਨਹੀਂ ਸਿਰੇ ਲੱਗੀ ਜੀ। ਸਾਨੂੰ ਅਪੀਲ ਕੀਤੀ ਗਈ ਹੈ, ਲੇਕਿਨ ਅਸੀਂ ਅਪੀਲ ਪਹਿਲਾਂ ਵੀ ਸੁਣੀਆਂ। ਅਸੀਂ ਇਸੇ ਕਰਕੇ ਅਪੀਲ ਨੂੰ ਮੰਨਦੇ ਹੋਏ ਅੱਗੇ ਵੀ ਇੱਕ ਹਫ਼ਤਾ ਅਸੀਂ ਜਿਹੜੀ ਸਟ੍ਰਾਈਕ ਆ ਆਪਣੀ ਸਸਪੈਂਡ ਕੀਤਾ ਸੀ। ਪ੍ਰੋਟੈਸਟ ਅਸੀਂ, ਸਾਡਾ ਟੋਕਨ ਪ੍ਰੋਟੈਸਟ ਚੱਲ ਰਿਹਾ ਸੀਗਾ, ਔਰ ਕਿਉਂਕਿ ਸਾਨੂੰ ਆਸ਼ਵਾਸਨ ਦਿੱਤਾ ਗਿਆ ਸੀ ਵੀ ਇਹ, ਕਿਉਂਕਿ ਜਿਹੜੀ ਕਮੇਟੀ ਨੇ ਮੰਨਿਆ ਸੀ ਕਿ ਸਾਡੇ ਤੋਂ ਜਿਹੜਾ ਇਹ ਜਿਹੜਾ ਹੈਗਾ NPA ਇਹ ਮਿਲਣਾ ਚਾਹੀਦਾ, ਔਰ ਸਾਨੂੰ ਆਸ ਸੀ ਵੀ ਇਹ ਬਾਕੀਆਂ ਤੋਂ ਪਹਿਲਾਂ ਸਾਡਾ ਮਸਲਾ ਪਹਿਲ ਦੇ ਆਧਾਰ 'ਤੇ ਹੱਲ ਹੋਊਗਾ, ਕਿਉਂਕਿ ਕੋਵਿਡ ਦਾ ਜਿਹੜਾ ਤੀਜਾ ਵੇਵ ਆ ਸਾਰਿਆਂ ਨੂੰ ਪਤਾ ਵੀ ਆਉਣ ਵਾਲੀ ਆ, ਔਰ ਅਸੀਂ ਨਹੀਂ ਚਾਹੁੰਦੇ ਕਿ ਸਾਰੇ ਸਿਹਤ ਮਹਿਕਮੇ ਦਾ, ਖਾਸ ਕਰਕੇ ਡਾਕਟਰਾਂ ਦਾ ਜਿਹੜਾ ਮੋਰਲ ਡਾਊਨ ਹੋਵੇ। ਇਸ ਕਰਕੇ ਅਸੀਂ ਸਰਕਾਰ ਨੂੰ ਟਾਈਮ ਦਿੱਤਾ, ਲੇਕਿਨ ਸਰਕਾਰ ਨੇ ਪਤਾ ਨਹੀਂ ਕਿਉਂ ਹਾਲੇ ਤੱਕ ਇਸ ਚੀਜ਼ ਦੀ ਐਮਰਜੈਂਸੀ ਨਹੀਂ। ਅੱਜ ਅਪੀਲ ਕਿੰਨੇ ਕੀਤੀ ਤੁਹਾਨੂੰ? ਅੱਜ ਸਾਡੇ ਸਿਹਤ ਸਕੱਤਰ ਸਾਹਿਬ ਨੇ ਅਪੀਲ ਉਹ ਕੀਤੀ। ਮੰਨਦੇ ਜੇ ਤੁਸੀਂ ਅਪੀਲ? ਨਹੀਂ ਜੀ, ਅਸੀਂ ਤਾਂ ਕਹਿੰਦੇ ਵੀ ਜਲਦੀ ਤੋਂ ਇਹਦਾ ਹੱਲ ਕਰੋ। ਸਾਡੇ ਹੜਤਾਲ ਵਾਪਸ ਲੈਣ ਦੀ ਅਪੀਲ ਕੀਤੀ ਹੈ? ਉਹਨਾਂ ਨੇ ਇਹ ਕਿਹਾ ਸੀ ਹੜਤਾਲ 'ਤੇ ਨਾ ਜਾਓ। ਓਕੇ, ਹਾਂਜੀ। ਫਿਰ ਤੁਸੀਂ ਕੀ ਡਿਸਾਈਡ ਕੀਤਾ? ਨਹੀਂ, ਅਸੀਂ ਤਾਂ ਹੜਤਾਲ ਤੇ ਸਾਡੀ ਚਾਲੂ ਹੈ ਜੀ। 3 ਦਿਨ ਦੀ ਸਾਡੀ ਕਾਲ ਉਹ ਤਾਂ ਉਵੇਂ ਹੀ ਹੈ ਜੀ। ਤੁਸੀਂ ਜਦੋਂ ਅਸੀਂ ਫਿਲਹਾਲ 3 ਦਿਨ ਦੀ ਸਟ੍ਰਾਈਕ ਦੀ ਕਾਲ ਦਿੱਤੀ, 3 ਦਿਨ ਅਸੀਂ ਪੈਰਲ OPD ਦੀ ਕਾਲ ਦਿੱਤੀ ਹੈ। ਸਰਕਾਰ ਨੂੰ ਪੂਰਾ 1 ਦਿਨ ਹਫ਼ਤੇ ਦਾ ਟਾਈਮ ਹੈ। ਉਸ ਤੋਂ ਬਾਅਦ ਫਿਰ ਜੇ ਨਹੀਂ ਸਰਕਾਰ ਮੰਨਦੀ, ਸਾਨੂੰ ਇਸ ਤੋਂ ਅੱਗੇ ਵੀ ਥੋੜ੍ਹਾ ਇਹਨੂੰ ਤਿੱਖਾ ਕਰਨਾ ਪੈ ਸਕਦਾ। ਹੈਲਥ ਮਿਨਿਸਟਰ ਜਿਹੜੇ ਤੁਹਾਡੇ ਨਾਲ ਸੰਬੰਧਿਤ ਨੇ, ਬਲਬੀਰ ਸਿੱਧੂ ਜੀ, ਉਹਨਾਂ ਨੇ ਪਹਿਲੇ ਦਿਨ ਹੀ, ਜਿਵੇਂ ਤੁਸੀਂ ਦੱਸਿਆ, ਉਹਨਾਂ ਕਹਿਤਾ ਸੀ ਵੀ ਇਹ ਗਲਤ ਹੋਇਆ, ਮੈਂ ਠੀਕ ਕਰਾਊਂਗਾ। 6 ਜੁਲਾਈ ਨੂੰ ਸ਼ਾਇਦ ਕਿਹਾ ਮੰਤਰੀਆਂ ਦੀ ਮੀਟਿੰਗ ਵੀ ਕਰਾਊਂਗਾ। ਜਦੋਂ ਹੈਲਥ ਮਿਨਿਸਟਰ ਇਹ ਗੱਲ ਕਹਿ ਰਹੇ ਨੇ ਤਾਂ ਫਿਰ ਕਿਉਂ ਨਹੀਂ ਇਹ ਗੱਲ ਸਿਰੇ ਲੱਗ ਰਹੀ? ਇਹ ਹੁਣ ਉਸ ਲੈਵਲ 'ਤੇ ਕੀ ਹੋ ਰਿਹਾ ਜੀ ਸਾਨੂੰ ਨਹੀਂ ਪਤਾ, ਲੇਕਿਨ ਸਾਡੇ ਮੰਤਰੀ ਸਾਹਿਬ ਦਾ ਪੂਰਾ ਆਸ਼ਵਾਸਨ ਸੀ ਪਹਿਲੇ ਦਿਨ ਤੋਂ, ਤੇ ਅਸੀਂ ਉਹਨਾਂ ਦੇ ਭਰੋਸੇ ਤੇ ਹੀ ਜਿਹੜੀ 6 ਤਰੀਕ ਤੱਕ ਆਪਣਾ ਜਿਹੜਾ ਪ੍ਰੋਟੈਸਟ ਸਸਪੈਂਡ ਕੀਤਾ ਸੀ। ਲੇਕਿਨ ਮੇਬੀ ਸਰਕਾਰ 'ਚ ਜਿਹੜੀ ਉਥਲ ਪੁਥਲ ਚੱਲ ਰਹੀ ਹੈ ਉਹਦੇ ਕਰਕੇ ਕੋਈ ਕੈਬਨਿਟ ਮੀਟਿੰਗ ਨਹੀਂ ਹੋ ਰਹੀ। ਇਹ ਸਾਨੂੰ ਨਹੀਂ ਹਾਲੇ ਤੱਕ ਪਤਾ ਵੀ ਕਿਉਂ ਹੋ ਰਿਹਾ, ਲੇਕਿਨ ਇਸੇ ਕਰਕੇ ਅਸੀਂ ਹਫ਼ਤਾ ਦਿੱਤਾ ਸੀ ਸਰਕਾਰ ਨੂੰ ਸਮਾਂ ਵੀ ਸਾਡਾ ਜਿਹੜਾ ਮਸਲਾ ਹੱਲ ਹੋ ਜਾਏ, ਲੇਕਿਨ ਹਾਲੇ ਤੱਕ ਕੁਝ ਨਹੀਂ ਹੋਇਆ। ਸੋ ਤੁਸੀਂ ਡਾਕਟਰਾਂ ਦੇ ਜਿਹੜੇ ਲੀਡਰਸ਼ਿਪ ਉਹਨਾਂ ਦੀ ਇਹ ਗੱਲ ਸੁਣੀ, ਉਹਦੇ ਵਿੱਚ ਬੜਾ ਇੱਕ ਸਾਫ਼ ਸਪਸ਼ਟ ਆ ਰਿਹਾ ਵੀ ਹੜਤਾਲ ਨਾਲ ਬਹੁਤ ਸੈਂਸਿਟਿਵ ਇਸ਼ੂ ਆ ਪੰਜਾਬ ਵਿੱਚ, ਬੜੀ ਚਿੰਤਾ ਦੀ ਗੱਲ ਹੈ। ਪਰ ਲੱਗਦਾ ਇਹ ਹੈ ਵੀ ਸਰਕਾਰ ਜਿਹੜੀ ਹੈ ਆਪ ਡਾਵਾਡੋਲ ਹੋਈ ਪਈ ਹੈ, ਜਿਹਦੇ ਆਪਣੀ ਲੜਾਈ ਚੱਲ ਰਹੀ ਹੈ, ਕਦੀ ਦਿੱਲੀ, ਕਦੀ ਚੰਡੀਗੜ੍ਹ, ਕਦੀ ਕਿਸੇ ਦੀ ਸੀਟ ਬਚਾਉਣੀ, ਕਿਸੇ ਦੀ ਨਹੀਂ ਬਚਾਉਣੀ। ਉਹ ਲੜਾਈ 'ਚ ਲੱਗਦਾ ਵੀ ਜਿਹੜੀ ਇੱਕ ਕੈਬਨਿਟ ਸਬ ਕਮੇਟੀ ਬਣਾਈ ਹੈ, ਜਿਹਨੇ ਡਾਕਟਰਾਂ ਤੇ ਹੋਰ ਮੁਲਾਜ਼ਮਾਂ ਦੇ ਮਸਲੇ ਹੱਲ ਕਰਨੇ ਨੇ, ਸ਼ਾਇਦ ਉਹ ਆਪਣੀ ਕੁਰਸੀ ਬਚਾਉਣ 'ਚ ਲੱਗੇ ਨੇ, ਜਿਹਦੇ ਕਰਕੇ ਪੰਜਾਬ ਲਵਾਰਸ ਲੱਗਦਾ ਹੈ।